अस्सलाम वालेकुम जी मियाँ साहब की हाल ठीक ठाक हो अलहमदुलिल्लाह। अच्छा मियाँ साहब ਅੱਜ ਦਾ ਸਵਾਲ ਤੁਹਾਨੂੰ ਅਦਾਲਤ ਦੇ ਬਾਰੇ 'ਚ ਹੀ ਹੈ। ਸਾਡੇ ਪਾਕਿਸਤਾਨ ਦੇ ਵਿੱਚ ਅਕਸਰ ਇੰਝ ਹੁੰਦਾ ਵੇ ਕਿ ਛੋਟੇ ਛੋਟੇ ਕੇਸ ਹੁੰਦੇ ਨੇ 30 ਸਾਲ 35 ਸਾਲ 20 ਸਾਲ 15 ਸਾਲ ਪੂਰੀ ਨਸਲ ਹੀ ਲੱਗ ਜਾਂਦੀ ਹੈ ਤੇ ਛੋਟੇ ਛੋਟੇ ਕੇਸ ਹੁੰਦੇ ਨੇ ਉਹਨਾਂ ਦਾ ਕੋਈ ਫੈਸਲਾ ਹੀ ਨਹੀਂ ਹੁੰਦਾ, ਕੋਈ ਰਿਜ਼ਲਟ ਨਹੀਂ ਨਿਕਲਦਾ। ਤੇ ਇਹਦੀ ਕੀ ਵਜ੍ਹਾ ਹੈ? ਅਦਾਲਤਾਂ ਤੇ ਬੋਝ ਹੈ ਜਾਂ ਕੀ ਚੱਕਰ ਹੈ ਜਾਂ ਸੁਸਤੀ ਨਾਲ ਕੰਮ ਹੁੰਦਾ ਵੇ? ਇਹਦੇ ਬਾਰੇ ਵਿੱਚ ਕੋਈ ਥੋੜਾ ਜਿਹਾ ਦੱਸੋ ਕਿ ਕੀ ਚੱਕਰ ਹੁੰਦਾ ਵੇ, ਕਿਉਂ ਇੰਨਾ ਟਾਈਮ ਲੱਗਦਾ? ਅੱਛਾ ਅੰਸਰ ਸਾਹਿਬ, ਬੜਾ ਅੱਛਾ ਸਵਾਲ ਹੈ ਤੁਹਾਡਾ ਹੈ ਕਿ ਸਾਡੇ ਜਿਹੜੇ ਮੁਕੱਦਮਾਤ ਨੇ, ਕੇਸਿਸ ਨੇ ਜਿਹੜੇ ਉਹ ਇੰਨੇ ਸੁਸਤ ਰਵੀ ਦਾ ਕਿਉਂ ਸ਼ਿਕਾਰ ਨੇ। ਮਤਲਬ ਅਗਰ ਦਾਦਾ ਕੇਸ ਕਰਦਾ ਵੇ ਤੇ ਪੋਤਰਾ ਆ ਜਾਂਦਾ ਵੇ ਲੇਕਿਨ ਫੈਸਲਾ ਨਹੀਂ ਹੁੰਦਾ। ਅੰਸਰ ਸਾਹਿਬ ਇਹਦੀਆਂ ਨਾ ਕਾਫੀ ਜ਼ਿਆਦਾ ਰੀਜ਼ਨਸ ਨੇ, ਬਹੁਤ ਜ਼ਿਆਦਾ ਵਜੂਹਾਤ ਨੇ ਇਹਦੀਆਂ। ਪਹਿਲੀ ਤਾਂ ਇਹ ਵੇ ਕਿ ਸਾਡੇ ਜਿਹੜੇ ਅਦਾਰੇ ਨੇ ਨਾ, ਮੁਲਕ ਦੇ ਅਦਾਰੇ, ਉਹ ਵੀ ਜਿਹੜਾ ਆਪਣਾ ਕੰਮ ਹੈ ਨਾ ਉਹ ਨਹੀਂ ਕਰਦੇ। ਉਹ ਦੂਸਰਿਆਂ ਅਦਾਰਿਆਂ ਦੇ ਵਿੱਚ ਲੁੱਚ ਪੇ ਧਲਦੇ ਰਹਿੰਦੇ ਨੇ, ਲੇਕਿਨ ਜਿਹੜਾ ਉਹਨਾਂ ਦਾ ਮੁਤਲਕਾ ਕੰਮ ਹੁੰਦਾ ਹੈ ਨਾ ਉਹ ਸਾਡੇ ਅਦਾਰੇ ਵੀ ਨਹੀਂ ਕਰਦੇ। ਮਿਸਾਲ, ਕੋਈ ਪੁਲਿਸ ਦੇ ਮੁਤਲਕਾ ਕੋਈ ਕੰਮ ਆ ਗਿਆ ਵੇ, ਕੋਈ ਕ੍ਰਾਈਮ ਹੋਇਆ ਵੇ, ਉਹਦੀ ਇਨਵੈਸਟੀਗੇਸ਼ਨ ਕਰਨੀ ਹੈ, ਪੁਲਿਸ ਨੇ ਪੈਸੇ ਲੈ ਕੇ ਉਲਟੀ ਸਿੱਧੀ ਰਿਪੋਰਟ ਪੇਸ਼ ਕਰਨੀ ਹੈ, ਚਲਾਨ ਲੇਟ ਪੇਸ਼ ਕਰਨੇ ਨੇ। ਮਤਲਬ ਇੱਥੋਂ ਹੀ ਨਾ ਕੇਸ ਵਿਗੜਨਾ ਸ਼ੁਰੂ ਹੋ ਜਾਣਾ। ਮਤਲਬ ਕੋਈ ਜੁਰਮ ਹੋਣਾ ਵੇ, ਹੁਣ ਉਹ ਪਹਿਲੇ ਤੇ ਅਗਰ ਕ੍ਰਿਮੀਨਲ ਲੈਵਲ ਦਾ ਵੇ, ਫੌਜਦਾਰੀ ਦਾ ਵੇ, ਉਹ ਪਹਿਲੇ ਤੇ ਸਾਰੀ ਗੱਲ ਹੈ ਪੁਲਿਸ ਕੋਲ ਹੀ ਜਾਣਾ। ਪੁਲਿਸ ਤੁਹਾਨੂੰ ਪਤਾ ਵੇ, ਪੁਲਿਸ ਦਾ ਡਿਪਾਰਟਮੈਂਟ ਤੁਹਾਨੂੰ ਪਤਾ ਵੇ ਕਿਸ ਤਰ੍ਹਾਂ ਦਾ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦਾ ਤਰੀਕਾਕਾਰ ਕਿਸ ਤਰ੍ਹਾਂ ਦਾ ਵੇ। ਉਹ ਵੀ ਬਹੁਤ ਜ਼ਿਆਦਾ ਲੈਂਥੀ ਕਰ ਛੱਡਦੇ ਨੇ ਤੇ ਆਪਣਾ ਕੰਮ ਹੀ ਨਹੀਂ ਸਹੀ ਕਰਦੇ। ਅਜੀਬ ਚੀਜ਼ਾਂ ਵਿੱਚ ਮੈਂਸ਼ਨ ਹੁੰਦੀਆਂ ਨੇ ਜਿਨ੍ਹਾਂ ਨੂੰ ਕਲੀਅਰ ਕਰਦਿਆਂ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਵੇ। ਹੁਣ ਦੇਖੋ ਕੇਸ ਹੁੰਦੇ ਨੇ ਨਾਰਮਲੀ ਦੋ ਤਰ੍ਹਾਂ ਦੇ, ਇੱਕ ਹੁੰਦਾ ਸਿਵਲ ਨੋਇਤ ਦੇ ਕੇਸ, ਮਤਲਬ ਅਗਰ ਬੰਦੇ ਦੀ ਜ਼ਾਤੀ ਕੋਈ ਜਾਇਦਾਦ, ਪ੍ਰਾਪਰਟੀ, ਲੈਣ ਦੇਣ ਦੇ ਮਾਮਲਾਤ ਹੁੰਦੇ ਨੇ, ਇਹ ਹੁੰਦੇ ਨੇ ਸਿਵਲ ਨੇਚਰ ਦੇ ਵਿੱਚ। ਦੀਵਾਨੀ ਵੀ ਕਹਿੰਦੇ ਨੇ ਇਹਨਾਂ ਨੂੰ, ਦੀਵਾਨੀ ਮੁਕੱਦਮਾਤ। ਇੱਕ ਹੁੰਦੇ ਨੇ ਕ੍ਰਿਮੀਨਲ। ਹੁਣ ਮੈਂ ਸਿਵਲ ਦੀ ਤੁਹਾਨੂੰ ਦੱਸਣਾ ਵਾਂ ਕਿ ਨਾਰਮਲੀ ਸਿਵਲ ਕੇਸ ਜਿਹੜੇ ਨਾ, ਸਾਡੇ ਸਿਵਲ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਬੜੀਆਂ ਲੈਂਥੀ ਹੋ ਜਾਂਦੀਆਂ ਨੇ, ਇੰਨਾ ਲੰਮਾ ਹੋ ਜਾਂਦਾ। ਉਹਦੀ ਵੀ ਵਜ੍ਹਾ ਇੱਕ ਹੈ ਵੇ, ਸਾਡਾ ਅਦਾਲਤੀ ਨਿਜ਼ਾਮ ਤੇ ਹੈ ਹੀ ਹੈ ਨੇ। ਜਿਹੜੇ ਸਾਡੇ ਵੋਕਲਾ ਬਰਾਦਰੀ ਹੈ ਨਾ, ਉਹ ਵੀ ਇਹਦੇ ਵਿੱਚ ਪੇਸ਼ ਨੇ। ਮੈਂ ਤੁਹਾਨੂੰ ਆਪਣੇ ਕੇਸ ਦੀ ਇੱਕ ਮਿਸਾਲ ਦੱਸਣਾ, ਆਪਣੇ ਕੇਸ ਦੀ ਕਿ ਬਜ਼ੁਰਗਾਂ ਨੇ ਇਸ ਦਾਦਾ ਜੀ ਦੇ ਸਾਡੇ ਦਾ ਕੇਸ ਹੈ। ਉਹਨਾਂ ਦੇ ਬਾਰੇ ਦਾ ਕੇਸ ਸੀ ਹੈ। ਹੁਣ ਉਹ ਤਕਸੀਮ ਦਾ ਕੇਸ ਸੀ, ਕੋਈ ਐਡਾ ਵੱਡਾ ਕੇਸ ਵੀ ਨਹੀਂ। ਤਕਸੀਮ ਦਾ ਕੇਸ ਸੀ, ਕੋਈ 21 ਮਰਲੇ ਜਗ੍ਹਾ ਸੀ, ਉਹਦੀ ਤਕਸੀਮ ਸੀ, ਕੁਝ ਸਾਡਾ ਹਿੱਸਾ ਸੀ, ਕੁਝ ਬਾਕੀ ਸ਼ੇਅਰ ਹੋਲਡਰ ਸਨ ਉਹਨਾਂ ਦਾ ਸੀ। ਇਹ ਮਾਸੂਮ ਬੰਦੇ ਪਤਾ ਨਹੀਂ ਕਦੀ ਤਹਿਸੀਲਦਾਰ ਕੋਲ ਜਾ ਰਹੇ ਨੇ, ਕਦੀ ਕਿਸੇ ਕੋਲ ਜਾ ਰਹੇ ਨੇ। ਖੈਰ ਦਾਦਾ ਜੀ ਤੋਂ ਬਾਅਦ ਆ ਗਈ ਅੱਬਾ ਜੀ ਦੀ ਵਾਰੀ। ਅੱਬਾ ਜੀ ਨੇ ਕੇਸ ਕੀਤਾ, ਉਹ ਤਕਸੀਮ ਦਾ ਸੀ, ਸਿੰਪਲ ਜਿਹਾ ਕੇਸ ਹੈ। ਤਕਸੀਮ ਦਾ ਕੇਸ ਇਹ ਹੁੰਦਾ ਵੀ ਅੰਸਰ ਸਾਹਿਬ ਕਿ ਤੁਸੀਂ ਆਪਣਾ ਇੱਕ ਸਿਵਲ ਕੋਰਟ ਦੇ ਵਿੱਚ ਅਗਰ ਤੁਹਾਡੀ, ਉਹ ਵੀ ਇੱਕ ਲੰਮੀ ਬਹਿਸ ਹੋ ਜਾਣੀ ਹੈ ਕਿ ਤੁਹਾਡੀ ਜ਼ਰੀ ਜ਼ਮੀਨ ਹੈ ਜਾਂ ਕਮਰਸ਼ੀਅਲ ਪ੍ਰਾਪਰਟੀ ਹੈ। ਅਗਰ ਕਮਰਸ਼ੀਅਲ ਪ੍ਰਾਪਰਟੀ ਹੈ ਤਾਂ ਫਿਰ ਤੁਸੀਂ ਕਿਹਦੀ ਜੁਰਿਸਡਿਕਸ਼ਨ ਬਣਦੀ ਹੈ ਤਕਸੀਮ ਦੀ। ਅਗਰ ਉਹ ਜ਼ਰੀ ਹੈ ਤਾਂ ਫਿਰ ਕਿਹਦੀ ਬਣਦੀ ਹੈ, ਕਮਰਸ਼ੀਅਲ ਹੈ ਤਾਂ ਫਿਰ ਕਿਹਦੀ ਬਣਦੀ ਹੈ। ਮੁਖਤਸਰ ਵਾਲੇ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ, ਜਿਹੜੀ ਸ਼ੇਅਰ ਹੋਲਡਰ ਸਨ ਉਸ ਰਕਬੇ ਦੇ। ਉਹਨਾਂ ਨੇ ਕੋਈ ਆਪਣੇ ਹਦਸ਼ਾਤ ਦੱਸੇ, ਉਹ ਨਹੀਂ ਮੰਨੇ। ਰੱਬਾ ਜੀ ਨੂੰ ਮਜਬੂਰਨ ਕੋਰਟ 'ਚ ਜਾਣਾ ਪਿਆ। ਉਹਨਾਂ ਨੇ ਕੇਸ ਦਾਇਰ ਕਰ ਛੜਿਆ। ਉਹ ਜਾ ਰਹੇ ਨੇ, ਤਰੀਖਾਂ ਤੇ ਆ ਰਹੇ ਨੇ, ਜਾ ਰਹੇ ਨੇ, ਆ ਰਹੇ ਨੇ। ਮੈਂ ਛੋਟਾ ਜਿਹਾ ਵਾਂ ਤੇ ਕੇਸ ਸ਼ੁਰੂ ਹੈ, ਵੱਡਾ ਹੋ ਗਿਆ। ਵੇਖਦਿਆਂ ਮੈਂ ਲਾਹ ਮੁਕੰਮਲ ਕਰ ਲਿਆ, ਲੇਕਿਨ ਕੇਸ ਦਾ ਫੈਸਲਾ ਨਹੀਂ ਹੋਇਆ। ਅੱਬਾ ਜੀ ਹੋਰੀ ਸਾਡੇ ਨਾਲ ਡਿਸਕਸ ਵੀ ਨਹੀਂ ਕਰਦੇ ਹੁੰਦੇ, ਬਸ ਰੂਟੀਨ ਨਾਲ ਜਾਣਾ ਆਉਣਾ। ਅਸੀਂ ਵੀ ਆਪਣੇ ਮਾਮਲਿਆਂ ਦੇ ਵਿੱਚ ਬਿਜ਼ੀ, ਕਦੀ ਕਿਤੇ ਰੋਜ਼ਗਾਰ ਦੇ ਸਿਲਸਿਲੇ 'ਚ, ਕਦੀ ਕਿਸੇ ਮੁਲਕ, ਕਦੀ ਕਿਸੇ ਮੁਲਕ। ਉਹ ਫਿਰ ਜਦੋਂ ਕੰਟਰੋਲ ਹੋ ਗਿਆ, ਲਾਹ ਪੜ੍ਹ ਲਿਆ, ਮੈਂ ਦੇਖਿਆ ਕਿ ਇਹ ਮਾਮਲਾ ਕੀ ਹੈ। ਉਹ ਸਾਰੀ ਡਿਟੇਲ ਕੱਢੀ, ਉਹ ਪਤਾ ਚੱਲਿਆ ਕਿ ਇਹ ਤਾਂ ਐਡਾ ਵੱਡਾ ਕੇਸ ਹੈ ਹੀ ਨਹੀਂ ਕਿ ਜਿਹਦੇ ਉੱਤੇ 3-4 ਪਾਰਟੀਆਂ ਦੀ, ਇੱਕ ਤੇ ਉਮਰਾਂ ਲੱਗ ਗਈਆਂ, ਦੂਸਰਾ એનર્ਜੀ ਲੱਗੀ, ਤੀਸਰਾ ਪੈਸੇ ਲੱਗੇ। ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨੂੰ ਕਿਹਾ ਕਿ ਯਾਰ ਇਸ ਤਰ੍ਹਾਂ ਵੇ, ਇਹ ਤਾਂ ਕੇਸ ਮੁੱਕਣਾ ਨਹੀਂ ਤੇ ਇਹਨੂੰ ਅਸੀਂ ਆਪਸ 'ਚ ਬਹਿ ਕੇ ਤੇ ਖ਼ਤਮ ਕਰ ਲੈਂਦੇ ਹਾਂ। ਦੂਸਰੀ ਪਾਰਟੀ ਵੀ ਮੰਨ ਗਈ, ਅਸੀਂ ਉਹ ਕੇਸ ख़त्म कर छड़िया। मतलब
ਜਿਹਦੀ ਆਂਦੀ ਸੀ ਉਹ ਮਿਲ ਗਈ ਅਦਾਲਤ ਤੋਂ ਬਗੈਰ। ਅਦਾਲਤ 'ਚ ਅਗਰ ਜਾਂਦੇ ਤੇ ਹੋਰ ਬੜਾ ਲੈਂਥੀ ਹੋ ਜਾਣਾ ਸੀ। ਹੋਇਆ ਕੀ ਹੈ ਕਿ ਵਕੀਲਾਂ ਨੇ ਬਹੁਤ ਜ਼ਿਆਦਾ ਵਕੀਲ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਆਪਣੀ ਛੋਟੀ ਜਿਹੀ ਬੋਟੀ ਵਾਸਤੇ ਕਿਸੇ ਦਾ ਬੱਕਰਾ ਜ਼ਬਾ ਕਰ ਛੱਡਦੇ ਨੇ। ਮਤਲਬ ਉਹ ਕੇਸ ਹੋਰ ਅਦਾਲਤ ਦਾ ਸੀ, ਉਹਨਾਂ ਨੇ ਸਿਵਲ ਕੋਰਟ ਦੇ ਵਿੱਚ ਦਾਇਰ ਕਰ ਛੜਿਆ। ਅੱਗੋਂ ਇਹਨਾਂ ਦੀ ਆਪਸ ਦੇ ਵਿੱਚ ਭੇਟ ਚਾਲੀਆਂ ਹੁੰਦੀਆਂ ਨੇ, 4-5 ਤਰੀਕਾਂ ਲਈ ਲੈਂਦੇ ਨੇ, ਜੱਜ ਸਾਹਿਬ ਨੂੰ ਕਹਿ ਕੇ ਜੱਜ ਸਾਹਿਬ ਤਰੀਕ ਦੇ ਦਿਓ, 2 ਦੇ ਦਿਓ, ਇਸ ਤਰ੍ਹਾਂ ਸਾਲ ਖੰਡ ਨਿਗਾਹ ਛੱਡਦੇ ਨੇ। ਅੱਛਾ ਜੀ 15 ਸਾਲ ਉਹਨਾਂ ਨੇ ਕੇਸ ਸਾਡਾ ਜਿਹੜਾ ਪਰਸਨਲ ਤੁਹਾਨੂੰ ਐਕਸਪੀਰੀਅੰਸ ਦੱਸਣਾ ਵਾ ਨਿਗਾਹ ਛੜਿਆ, ਖਾਰਜ ਹੋਣਾ, ਫਿਰ ਆਪਾਂ ਇਹਨਾਂ ਦੇ ਕੋਲ ਪੈਸੇ ਲੈਣੇ, ਉਹਨਾਂ ਨੇ ਫਿਰ ਦਾਇਰ ਕਰ ਛੱਡਣਾ, ਫਿਰ ਦਾਇਰ ਕਰ ਛੱਡਣਾ, ਫਿਰ ਦਾਇਰ ਕਰ ਛੱਡਣਾ। ਐਂਡ ਉਹਦਾ ਫੈਸਲਾ ਆਇਆ ਤਕਰੀਬਨ 15 ਸਾਲ ਜਾਂ 20 ਸਾਲ ਲੱਗੇ ਹੋਣਗੇ, ਉਹਦਾ ਫੈਸਲਾ ਆਇਆ ਕਿ ਜੀ ਇਹ ਕੇਸ ਸਿਵਲ ਕੋਰਟ ਦਾ ਬਣਦਾ ਹੀ ਨਹੀਂ। ਅੱਛਾ 15 ਸਾਲ ਬਾਅਦ 15 ਸਾਲ ਬਾਅਦ ਇਹ ਫੈਸਲਾ ਆਇਆ ਕਿ ਜਿਹੜਾ ਸਾਡੇ ਕੋਲ ਤੁਸੀਂ ਰੈਮਡੀ ਲੈਣਾ ਚਾਹ ਰਹੇ ਹੋ, ਦਾਦ ਰੱਸੀ ਲੈਣਾ ਚਾਹ ਰਹੇ ਹੋ, ਐਕਚੁਅਲੀ ਇਹ ਇਸ ਕੋਰਟ ਦੀ ਜੂਰਿਸਡਿਕਸ਼ਨ ਹੀ ਨਹੀਂ। ਅੱਛਾ ਇਹ ਤੁਸੀਂ ਉਹ ਤਹਿਸੀਲਦਾਰ ਕੋਲ ਜਾਣਾ ਹੋਵੇ ਤੇ ਉਹਦੀ ਜੂਰਿਸਡਿਕਸ਼ਨ ਹੈ, ਕਿਉਂਕਿ ਇਹ ਜ਼ਰੀ ਹੈ। ਅੱਛਾ ਹੁਣ ਉਹ ਜ਼ਰੀ ਕੋਲ ਲੈ ਕੇ ਗਏ ਤੇ ਜ਼ਰੀ ਵਾਲਾ ਕਹਿੰਦਾ ਪਿਆ ਨਹੀਂ ਇਹ ਮੇਰੀ ਨਹੀਂ ਹੈ, ਕਮਰਸ਼ੀਅਲ ਹੈ, ਸਿਵਲ ਕੋਰਟ ਦੀ ਹੈ। ਅੱਛਾ। ਮਤਲਬ ਕੋਰਟ ਡਿਸਾਈਡ ਕਰਦੇ ਆਂ ਕਿ ਕੋਰਟ ਨੂੰ ਡਿਸਾਈਡ ਕਰਦੇ ਆ ਕਿ ਇਹ ਕਿਹੜੀ ਕੋਰਟ ਦਾ ਜੂਰਿਸਡਿਕਸ਼ਨ ਹੈ, ਕਿਹੜੀ ਕੋਰਟ ਦੇ 15 ਸਾਲ ਅੰਡਰ 15 ਸਾਲ ਲੱਗ ਗਏ। ਹੋਰ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਹਨ ਕਿ ਯਾਰ ਸਿਵਲ ਦਾ ਬੰਦਾ ਹੈ, ਤਹਿਸੀਲਦਾਰ ਦਾ ਬੰਦਾ ਹੈ, ਕਿਹਦਾ ਬੰਦਾ ਹੈ, ਥੱਲੜੀ ਕੋਰਟ ਦਾ ਬੰਦਾ ਹੈ, ਉਤਲੀ ਕੋਰਟ ਦਾ ਬੰਦਾ ਹੈ, ਇਹਦੇ ਵਿੱਚ ਹੀ ਵਕੀਲਾਂ ਨੇ। ਅੱਛਾ ਵਕੀਲਾਂ ਨੂੰ ਤਾਂ ਪਤਾ ਹੁੰਦਾ ਹੈ, ਲੇਕਿਨ ਜੋ ਕਿ ਉਹਨਾਂ ਨੇ ਆਪਣਾ ਤੁਹਾਨੂੰ ਪਤਾ ਹੈ ਵੀ ਕੋਈ ਰੋਜ਼ੀ ਰੋਟੀ ਕਮਾਣੀ ਹੁੰਦੀ ਹੈ, ਉਹ ਜਾਣ ਕੇ ਉਹ ਗਲਤ ਜਗ੍ਹਾ ਗਲਤ ਕੋਰਟ ਦੇ ਵਿੱਚ ਦਾਇਰ ਕਰ ਛੱਡਦੇ ਨੇ, ਤਰੀਕਾਂ ਸ਼ਰੀਕਾਂ ਲੈਂਦੇ ਰਹਿੰਦੇ ਨੇ ਤੇ ਆਪਣੇ ਮਾਮਲਾ ਚਲਾਉਂਦੇ ਰਹਿੰਦੇ ਨੇ। ਉਹ ਮਕਸਦ ਸਟੋਰੀ ਦਾ ਹੈ ਵੀ ਇੱਕ ਸਾਡੇ ਦਾਰੇ ਵੀ ਇਹਦੇ ਵਿੱਚ ਮੁਲੱਵਸ ਨੇ, ਉਹ ਨਹੀਂ ਸਹੀ ਕੰਮ ਕਰਦੇ। ਦੂਸਰੇ ਸਾਡੀ ਵਕਲਾ ਬਰਾਦਰੀ ਹੈ, ਉਹ ਵੀ ਇਹਦੇ ਵਿੱਚ ਮੁਲੱਵਸ ਹੈ। ਸਾਡੇ ਜੱਜ ਸਾਹਿਬਾਨ ਨੇ ਉਹ ਸਾਰੇ ਹੀ ਮਿਲੇ ਦੇ ਨੇ। ਉਹ ਜਿਹੜਾ ਕੇਸ ਹੈ ਉਹਨੂੰ ਇੰਨਾ ਲੈਂਥੀ ਕਰੀ ਜਾਂਦੇ ਨੇ, ਪ੍ਰੈਸ਼ਰ ਵਧਾਈ ਜਾਂਦੇ ਨੇ। ਹਲੇ ਕਿ ਜਿਹੜਾ ਕੰਮ ਹੈ ਦਾਰਿਆਂ ਦਾ, ਉਹ ਅਗਰ ਆਪਣਾ ਕੰਮ ਸਹੀ ਕਰਨ ਨਾ ਇਮਾਨਦਾਰੀ ਨਾਲ ਜਿਹਦੀ ਉਹ ਤਨਖਾਹ ਲੈਂਦੇ ਨੇ, ਤੇ ਤੁਸੀਂ ਸਮਝੋ 80% ਸਹੀ ਅਦਾਲਤਾਂ ਦੇ ਵਿੱਚੋਂ ਪ੍ਰੈਸ਼ਰ ਖਤਮ ਹੋ ਜੇ ਅਦਾਲਤਾਂ ਦੇ ਵਿੱਚੋਂ ਪ੍ਰੈਸ਼ਰ, ਕੇਸ ਦੇ ਫੈਸਲੇ ਵੀ ਸਹੀ ਆਉਣ ਤੇ ਸਾਰਿਆਂ ਦੀ ਮਿਲੀ ਭਗਤ ਹੈ ਸਹੀ, ਜਿਹਦੀ ਵਜ੍ਹਾ ਤੋਂ ਇਸ ਤਰ੍ਹਾਂ ਦਾ ਸੋਲੂਸ਼ਨ ਇਹਦਾ ਇਹ ਵੇ ਕਿ ਸਾਰੇ ਲੋਕੀ ਜਿਹੜਾ ਮਤਵਸਤ ਤਬਕਾ ਵੇ ਉਹ ਉੱਠੇ, ਤਲੀਮ ਦੇ ਉੱਤੇ ਜ਼ਿਆਦਾ ਜ਼ੋਰ ਦੇ, ਆਪਣੇ ਰਾਈਟਸ 'ਤੇ ਜ਼ਿਆਦਾ ਜ਼ੋਰ ਦੇ, ਉਹਨਾਂ ਨੂੰ ਪਤਾ ਹੋਏ ਅਸਲ 'ਚ ਕਾਨੂੰਨ ਕਹਿੰਦਾ ਕੀ ਹੈ, ਤੇ ਫਿਰ ਉਹ ਜਿਹੜੇ ਇਲੈਕਟਿਡ ਨੇ, ਜਿਨ੍ਹਾਂ ਨੂੰ ਉਹ ਇਲੈਕਟ ਕਰਕੇ ਭੇਜਦੇ ਨੇ ਪਾਰਲੀਮੈਂਟ ਦੇ ਵਿੱਚ, ਉਹ ਕਾਨੂੰਨ ਸਾਜ਼ੀ ਕਰਨ। ਐਡੀ ਪੁਰਾਣੀ ਕਾਨੂੰਨ ਸਾਜ਼ੀ ਹੋਈ ਦੀ ਹੈ। ਅਸੀਂ ਲਾਅ ਦੇ ਵਿੱਚ ਪੜ੍ਹੇ ਨੇ, ਐਕਟ ਪੜ੍ਹੇ ਦੇ ਨੇ 1862 ਦਾ, 1860, ਮਤਲਬ ਗੋਰਿਆਂ ਦੇ ਦੌਰ ਦੇ, ਕੋਈ ਚੇਂਜ ਨਹੀਂ ਹੋਏ ਦੇ। ਉਹਨਾਂ ਨੂੰ ਚੇਂਜ ਕਰਨ, ਆਸਾਨੀਆਂ ਪੈਦਾ ਕਰਨ ਮਤਵਸਤ ਤਬਕੇ ਦੀਆਂ, ਤਾਂ ਕਿ ਇਹ ਜਿਹੜਾ ਸਿਸਟਮ ਹੈ ਕੇਸ ਦਾ ਫੈਸਲਾ ਵੀ ਜਲਦੀ ਤੋਂ ਜਲਦੀ ਹੋਏ, ਲੋਕਾਂ ਦੇ ਪੈਸੇ ਬਚਣ, ਲੋਕਾਂ ਦੀ એનર્ਜੀ ਬਚੇ, ਲੋਕਾਂ ਦੀਆਂ ਉਮਰਾਂ ਜ਼ਾਇਆ ਨਾ ਹੋਣ। ਇਹ ਗੱਲ ਮੈਨੂੰ ਲੱਗਦਾ ਤੁਹਾਨੂੰ ਸਮਝ ਚੱਲ ਗਈ ਹੋਣੀ ਹੈ ਕਿ ਸਾਰੇ ਆਵੇ ਦਾ ਆਵਾ ਹੀ ਵਿਗੜਿਆ ਦਾ ਵੇ। ਇਹਦੇ ਵਿੱਚ ਵਕਲਾ ਵੀ ਨੇ, ਜੱਜ ਵੀ ਨੇ, ਜਿਹੜੇ ਸਾਡੇ ਅਦਾਰੇ ਨੇ ਸਪੈਸ਼ਲੀ ਪੁਲਿਸ, ਉਹ ਵੀ ਇਨਵੋਲਵ ਨੇ। ਉਹ ਆਪਣਾ ਕੰਮ ਸਹੀ ਤਰ੍ਹਾਂ ਕਰਦੇ ਹੀ ਨਹੀਂ। ਉਹ ਜਦੋਂ ਉਹ ਸਹੀ ਤਰ੍ਹਾਂ ਨਹੀਂ ਕਰਦੇ, ਅੱਗੋਂ ਫਿਰ ਵਕੀਲਾਂ ਕੋਲ ਆਉਂਦਾ, ਫਿਰ ਕੇਸ ਵਿਗੜ ਜਾਂਦਾ ਵੇ। ਇਹ ਸਾਰੀ ਤੇ ਗੱਲ ਤੇ ਬਾਤ ਹੈ। ਤੇ ਸਾਨੂੰ ਸਾਰੇ ਮਤਵਸਤ ਤਬਕੇ ਨੂੰ ਚਾਹੀਦਾ ਹੈ ਕਿ ਅਸੀਂ ਇਲਮ ਦੇ ਉੱਤੇ ਜ਼ਿਆਦਾ ਤੋਂ ਜ਼ੋਰ ਦਈਏ, ਸ਼ਖਸੀਅਤ ਪ੍ਰਸਤੀ ਨੂੰ ਛੱਡੀਏ, ਉਹ ਬੰਦਿਆਂ ਨੂੰ ਇਲੈਕਟ ਕਰੀਏ ਜਿਹੜੇ ਮੁਲਕ ਦਾ ਸੋਚਣ, ਉਹ ਇਸ ਤਰ੍ਹਾਂ ਦੀ ਕਾਨੂੰਨ ਸਾਜ਼ੀ ਕਰਨ ਜਾ ਕੇ ਜਿਹਦੇ ਨਾਲ ਮੁਲਕ ਦੇ ਵਿੱਚ ਬਿਹਤਰੀ ਆਏ। ਠੀਕ ਹੋ ਗਿਆ ਅੰਸਰ ਸਾਹਿਬ?